ਨੰਬਰ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਤੁਹਾਡੇ ਨਾਲ ਰਜਿੰਦਰ ਕੌਰ। ਅੱਜ ਇੱਕ ਖਾਸ ਮਸਲੇ ਤੇ ਗੱਲ ਕਰਨ ਜਾ ਰਹੇ ਹਾਂ। ਇੱਕ ਗੰਭੀਰ ਮਸਲਾ ਪੀਡੋਫੀਲੀਆ यानी ਬੱਚਿਆਂ ਦਾ ਸਰੀਰਕ ਸ਼ੋਸ਼ਣ। ਇੱਕ ਅਜਿਹੀ ਬਿਮਾਰੀ ਜਿਸ ਦੇ ਮਰੀਜ਼ ਮਾਸੂਮਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਨੇ। ਦੂਜੇ ਲਫ਼ਜ਼ਾਂ ਵਿੱਚ ਕਹੀਏ ਤਾਂ ਇਸ ਬਿਮਾਰੀ ਦਾ ਸ਼ਿਕਾਰ ਹੋਣ ਤੋਂ ਬਾਅਦ ਇਨਸਾਨ ਨੂੰ ਬੱਚਿਆਂ ਨਾਲ ਜਿਸਮਾਨੀ ਰਿਸ਼ਤੇ ਬਣਾਉਣਾ ਚੰਗਾ ਲੱਗਦਾ ਹੈ। ਮੈਡੀਕਲ ਸਾਇੰਸ ਵਿੱਚ ਇਸ ਬਿਮਾਰੀ ਨੂੰ ਪੀਡੋਫੀਲੀਆ ਕਹਿੰਦੇ ਨੇ। ਪਿਛਲੇ ਕੁਝ ਸਮੇਂ ਤੋਂ ਬੱਚਿਆਂ ਦੇ ਯੌਨ ਸ਼ੋਸ਼ਣ ਦੀਆਂ ਵੱਧਦੀਆਂ ਘਟਨਾਵਾਂ ਤੋਂ ਸਵਾਲ ਉੱਠ ਰਹੇ ਨੇ ਕਿ ਆਖਿਰ ਕਿਹੋ ਜਿਹੀ ਮਾਨਸਿਕਤਾ ਹੈ ਜਿਹੜੀ ਵੱਡਿਆਂ ਅਤੇ ਬੱਚਿਆਂ ਦੇ ਫਰਕ ਨੂੰ ਭੁਲਾ ਦਿੰਦੀ ਹੈ। ਅੱਜ ਇਸੇ ਤੇ ਗੱਲ ਕਰਾਂਗੇ। ਕਿਹੜੀ ਮਾਨਸਿਕਤਾ ਹੁੰਦੀ ਹੈ ਕਿ ਬਚਪਨ ਦੇ ਦੁਸ਼ਮਣ ਬਣ ਰਹੇ ਨੇ ਲੋਕ, ਮਾਸੂਮੀਅਤ ਦੇ ਦੁਸ਼ਮਣ ਬਣ ਰਹੇ ਲੋਕ, ਕਿਉਂਕਿ ਜਿਹੜੇ ਆંકੜੇ ਨੇ ਉਹ ਵੀ ਡਰਾਉਂਦੇ ਨੇ। ਪਿਛਲੇ 10 ਸਾਲਾਂ 'ਚ ਬੱਚਿਆਂ ਦੇ ਨਾਲ ਰੇਪ ਦੇ ਮਾਮਲੇ ਬੱਚਿਆਂ ਦੇ ਨਾਲ ਵਧੇ ਨੇ। ਖਤਰਨਾਕ ਤਰੀਕੇ ਦੇ ਨਾਲ 6 ਗੁਣਾ ਤੱਕ ਦਾ ਇਜ਼ਾਫਾ ਹੋਇਆ ਹੈ। 2018 ਦੇ ਆંકੜੇ ਤੁਹਾਨੂੰ ਦੱਸਦੇ 2018 'ਚ NCRB ਨੈਸ਼ਨਲ ਕ੍ਰਾਈਮ ਬਿਊਰੋ ਜਿਹੜਾ ਹੈ ਉਸਦੇ ਆંકੜਿਆਂ ਦੇ ਮੁਤਾਬਿਕ ਹਰ ਰੋਜ਼ 109 ਬੱਚਿਆਂ ਦਾ ਸਰੀਰਕ ਸ਼ੋਸ਼ਣ ਹੋਇਆ। मार्च तो सितंबर 2020 तक 13,244 शिकायतां पहुंचियां ने। NCRB ਦੇ ਆંકੜੇ ਨੇ ਬੱਚਿਆਂ ਦੇ ਸ਼ੋਸ਼ਣ ਦੇ ਖਿਲਾਫ। ਹਾਲਾਂਕਿ ਪੋਕਸੋ ਕਾਨੂੰਨ ਹੈ 597 ਫਾਸਟ ਟਰੈਕ ਕੋਰਟ ਨੇ, ਸਪੈਸ਼ਲ ਕੋਰਟ ਵਿੱਚੋਂ 321 ਪੋਕਸੋ ਕੋਰਟ ਨੇ। ਯਾਨੀ ਕਿ ਬੱਚਿਆਂ ਦੀ ਮਾਸੂਮੀਅਤ ਦੇ ਜਿਹੜੇ ਦੁਸ਼ਮਣ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਏ, ਉਹਨਾਂ ਨੂੰ ਸਜ਼ਾ ਮਿਲੇ। ਇਸ ਦੇ ਲਈ ਪੋਕਸੋ ਕਾਨੂੰਨ ਬਣਾਇਆ ਗਿਆ ਸੀ ਔਰ ਫਾਸਟ ਟਰੈਕ ਸਪੈਸ਼ਲ ਕੋਰਟ ਵਿੱਚੋਂ 321 ਪੋਕਸੋ ਕੋਰਟ ਨੇ। ਉਸ ਦੇ ਬਾਵਜੂਦ ਕੋਈ ਖੌਫ ਮੁਲਜ਼ਮਾਂ 'ਚ ਨਜ਼ਰ ਨਹੀਂ ਆਉਂਦਾ। ਹੁਣ ਸਵਾਲ ਇਹ ਹੈ ਕਿ ਕੀ ਬੱਚਿਆਂ ਦੇ ਨਾਲ ਰੇਪ ਕਰਨ ਵਾਲਾ ਹਰ ਦੋਸ਼ੀ ਪੀਡੋਫੀਲੀਆ ਦਾ ਸ਼ਿਕਾਰ ਹੁੰਦਾ ਹੈ? ਹੁਣ ਸਵਾਲ ਇਹ ਹੈ ਕਿ ਕੀ ਬੱਚਿਆਂ ਦੇ ਨਾਲ ਬਲਾਤਕਾਰ ਦੇ ਦੋਸ਼ੀ ਨੂੰ ਹਰ ਦੋਸ਼ੀ ਨੂੰ ਪੀਡੋਫੀਲੀਆ ਦਾ ਸ਼ਿਕਾਰ ਕਹਿ ਸਕਦੇ ਆ ਕਿ ਹਰ ਦੋਸ਼ੀ ਪੀਡੋਫੀਲੀਆ ਦਾ ਮਰੀਜ਼ ਹੁੰਦਾ? ਪੀਡੋਫੀਲੀਆ ਆਖਿਰ ਹੈ ਕੀ ਇਸ ਦਾ ਇਲਾਜ ਹੈ? ਪੀਡੋਫੀਲੀਆ ਦੇ ਮਰੀਜ਼ ਦਾ ਇਲਾਜ ਹੋ ਸਕਦਾ ਹੈ ਔਰ ਕਿਸ ਤਰ੍ਹਾਂ ਕਾਉਂਸਲਿੰਗ ਕੀਤੀ ਜਾਂਦੀ ਹੈ ਔਰ ਕੀ ਪੀਡੋਫੀਲੀਆ ਦੇ ਮਰੀਜ਼ ਦੀ ਪਹਿਚਾਣ ਕੀਤੀ ਜਾ ਸਕਦੀ ਹੈ? ਅੱਜ ਇਸੇ ਤੇ ਚਰਚਾ ਲਈ ਸਾਡੇ ਖਾਸ ਮਹਿਮਾਨ ਜੁੜ ਰਹੇ ਨੇ। ਡਾਕਟਰ ਸਿੰਮੀ ਵੜੈਚ ਸਾਈਕੈਟ੍ਰਿਸਟ ਨੇ, ਉਹ ਜੁੜੇ ਨੇ। ਇਸ ਦੇ ਨਾਲ ਹੀ ਰੇਣੂ ਮਾਥੁਰ ਜਿਹੜੇ ਕਿ ਪੁਲਿਸ ਗ੍ਰੀਫ ਕਾਉਂਸਲਰ ਨੇ, ਉਹ ਵੀ ਸਾਡੇ ਨਾਲ ਜੁੜੇ ਨੇ। ਸਭ ਤੋਂ ਪਹਿਲਾਂ ਡਾਕਟਰ ਸਿੰਮੀ ਵੜੈਚ ਤੁਹਾਡੇ ਕੋਲ ਆਉਣਾ ਚਾਹਾਂਗੇ। ਪੀਡੋਫੀਲੀਆ ਆਖਿਰ ਹੈ ਕੀ ਔਰ ਕੀ ਬੱਚਿਆਂ ਦੇ ਨਾਲ ਬਲਾਤਕਾਰ ਦੇ ਹਰ ਦੋਸ਼ੀ ਨੂੰ ਪੀਡੋਫੀਲੀਆ ਦਾ ਮਰੀਜ਼ ਕਿਹਾ ਜਾ ਸਕਦਾ ਹੈ? ਹਾਂਜੀ ਰਜਿੰਦਰ, ਇਹ ਬੜਾ ਕਾਮਨ ਕੁਐਸਚਨ ਹੈ। ਪੀਡੋਫੀਲੀਆ ਐਕਚੁਅਲੀ ਹੁੰਦਾ ਹੈ ਕਿ ਜਿਹੜੇ ਲੋਕ ਪ੍ਰੈਫਰ ਕਰਦੇ ਨੇ ਬੱਚਿਆਂ ਨਾਲ ਸੈਕਸ਼ੂਅਲ ਰਿਲੇਸ਼ਨ ਰੱਖਣਾ। ਸੋ ਮੈਂ ਇਹ ਕਹਿਣਾ ਚਾਹਾਂਗੀ ਕਿ ਅਸੀਂ ਜਿਹੜੇ ਕੇਸ ਪਿੱਛੇ ਹੋ ਰਹੇ ਨੇ ਜਾਂ ਦੇਖੇ ਗਏ ਨੇ, ਉਹ ਜ਼ਰੂਰੀ ਨਹੀਂ ਕਿ ਹਰੇਕ ਕੇਸ ਪੀਡੋਫੀਲੀਆ ਦਾ ਹੈ। ਉਹ ਜ਼ਿਆਦਾਤਰ ਇਹ ਦੇਖਿਆ ਗਿਆ ਹੈ ਕਿ ਚਾਈਲਡ ਅਬਿਊਜ਼ ਜਦੋਂ ਹੁੰਦਾ ਹੈ ਉਹਦੇ ਵਿੱਚ ਸਬਸਟੈਂਸ ਅਬਿਊਜ਼, ਡਰੱਗ ਅਬਿਊਜ਼, ਐਲਕੋਹਲ ਅਬਿਊਜ਼ ਬਹੁਤ ਕਾਮਨ ਕਾਰਨ ਹੁੰਦਾ ਹੈ। ਤੇ ਇਸ ਦੇ ਨਾਲ ਕੀ ਹੋਰ ਵੀ ਕਈ ਕਾਰਨ ਨੇ, ਜਿਸ ਤਰ੍ਹਾਂ ਸ਼ਹਿਰਾਂ ਵਿੱਚ ਥੋੜਾ ਜਾਣ ਪਹਿਚਾਨ ਲੋਕਾਂ ਦੀ ਆਪਸ ਚ ਘੱਟ ਹੁੰਦੀ ਹੈ। ਐਂਟੀ ਸੋਸ਼ਲ ਪਰਸਨੈਲਿਟੀ ਡਿਸਆਰਡਰ, ਇਹ ਇੱਕ ਪਰਸਨੈਲਿਟੀ ਡਿਸਆਰਡਰ ਹੁੰਦਾ ਹੈ ਜਿਹਦੇ ਵਿੱਚ ਵੀ ਇਹੋ ਜਿਹੇ ਕੇਸ ਜ਼ਿਆਦਾ ਲਾਈਕਲੀ ਨੇ। ਪਰ ਤੁਸੀਂ ਵੀ ਦੇਖਿਆ ਹੋਵੇਗਾ ਕਿ ਜ਼ਿਆਦਾਤਰ ਇਹ ਹੁੰਦਾ ਹੈ ਕਿ ਜਿਹੜਾ ਪਰਪੇਟ੍ਰੇਟਰ ਹੈ ਜਾਂ ਜਿਹੜਾ ਇਹ ਕ੍ਰਾਈਮ ਕਰਦਾ ਹੈ ਉਹ ਜ਼ਿਆਦਾਤਰ ਵਿਕਟਿਮ ਨੂੰ ਜਾਣਦੇ ਹੁੰਦੇ ਨੇ, ਹਨਾ। ਪਿੱਛੇ ਜੇ ਕਈ ਕੇਸ ਇਹੋ ਜਿਹੇ ਹੋਏ ਨੇ। ਸੋ ਆਈ ਥਿੰਕ ਇਹਦੇ ਚ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਉਹ ਇਮੈਚੁਰ ਲੋਕ ਹੁੰਦੇ ਨੇ। ਹਾਲੇ ਉਹਨਾਂ ਦੀ ਬ੍ਰੇਨਸ ਪੂਰੀਆਂ ਮੈਚੁਰ ਵੀ ਨਹੀਂ ਹੋਈਆਂ ਹੁੰਦੀਆਂ। ਉਹਨਾਂ ਦਾ ਸੈਲਫ ਇਮੇਜ, ਸੈਲਫ ਕਨਸੈਪਟ ਪੂਅਰ ਹੁੰਦਾ ਹੈ। ਤੇ ਕਈ ਵਾਰ ਇਹ ਲੋਕ ਆਪਣੇ ਆਪ ਵੀ ਚਾਈਲਡ ਅਬਿਊਜ਼ ਦੇ ਵਿਕਟਿਮਸ ਰਹੇ ਹੁੰਦੇ ਹੈ। ਇਹ ਇੱਕ ਬੜਾ ਇੰਪੋਰਟੈਂਟ ਪੁਆਇੰਟ ਹੈ। ਜਦੋਂ ਵੀ ਅਸੀਂ ਕਹਿੰਦੇ ਆ ਕਿ ਕਿਸੇ ਬੱਚੇ ਨਾਲ ਚਾਈਲਡ ਅਬਿਊਜ਼ ਹੋਇਆ ਹੈ, ਉਹਨਾਂ ਦੀ ਬਾਅਦ ਵਿੱਚ ਕਾਉਂਸਲਿੰਗ ਬਹੁਤ ਜ਼ਰੂਰੀ ਹੁੰਦੀ ਹੈ, ਕਿਉਂਕਿ ਉਹ ਕਾਉਂਸਲਿੰਗ ਅਦਰਵਾਈਜ਼ ਇਹ ਬੱਚੇ ਵੀ ਜਦੋਂ ਗਰੋ ਅਪ ਕਰਦੇ ਉਹਨਾਂ ਵਿੱਚ ਮੈਂਟਲ ਹੈਲਥ ਪ੍ਰੋਬਲਮਸ ਹੁੰਦੀਆਂ।
So right now मैं ਇਹ ਤੁਸੀਂ ਕਹਿਣਾ ਦੱਸ ਰਹੇ ਹੋ ਡਾਕਟਰ ਸਿਮੀ ਵੜੈਚ, ਯਾਨੀ ਕਿ ਰਿਸਰਚ ਕਹਿੰਦੀ ਹੈ ਕਿ ਜਿਹੜੇ ਲੋਕ ਜਿਹੜੇ ਪੀਡੋਫੀਲੀਆ ਦੇ ਸ਼ਿਕਾਰ ਨੇ ਉਹ ਖੁਦ ਸੈਕਸ਼ੂਅਲੀ ਅਬਿਊਜ਼ ਹੋਏ ਹੁੰਦੇ ਨੇ ਬਚਪਨ ਵਿੱਚ ਕਿਤੇ ਨਾ ਕਿਤੇ, ਇਸ ਕਾਰਨ ਉਹ ਅਜਿਹੀਆਂ ਹਰਕਤਾਂ ਕਰਦੇ ਨੇ। ਇਹ ਕਈ ਲੋਕ ਜਿਹੜੇ ਚਾਈਲਡਹੁੱਡ ਅਬਿਊਜ਼ ਦੇ ਵਿਕਟਿਮਸ ਹੁੰਦੇ ਆ ਉਹ ਵੱਡੇ ਹੋकर ਆਪਣੇ ਆਪ ਵੀ ਅਬਿਊਜ਼ਰਸ ਬਣ ਜਾਂਦੇ ਆ। ਸੋ ਇਹ ਵੈਲ ਨੋਨ ਫੈਕਟ ਹੈ। ਯਾਨੀ ਕਿ ਬਹੁਤ ਜ਼ਰੂਰੀ ਹੈ ਕਿ ਇਸ ਦਾ ਇਲਾਜ ਹੋਏ, ਇਸ ਦੇ ਜਿਹੜੇ ਲੋਕ ਸ਼ਿਕਾਰ ਨੇ ਉਹਨਾਂ ਤੇ ਨਜ਼ਰ ਰੱਖੀ ਜਾਏ, ਉਹਨਾਂ ਦੀ ਪਛਾਣ ਕੀਤੀ ਜਾਏ, ਉਹਨਾਂ ਦੀ ਕਾਉਂਸਲਿੰਗ ਕੀਤੀ ਜਾਏ। ਡਾਕਟਰ ਸਿਮੀ ਵੜੈਚ, ਇੱਕ ਹੋਰ ਸਵਾਲ ਇਹ ਉੱਠਦਾ, ਹੁਣ ਪਿੱਛੇ ਫਿਰੋਜ਼ਪੁਰ ਤੋਂ ਇੱਕ ਖਬਰ ਆਈ ਸੀ ਕਿ ਇੱਕ ਪਿਓ ਨੇ ਨਸ਼ੇ ਦੀ ਹਾਲਤ ਵਿੱਚ ਆਪਣੀ 3 ਸਾਲਾ ਲੜਕੀ ਦੇ ਨਾਲ ਬਲਾਤਕਾਰ ਕੀਤਾ। ਅਜੇ ਮਰੀਜ਼ ਨੂੰ ਕੀ ਪੀਡੋਫੀਲੀਆ ਦਾ ਸ਼ਿਕਾਰ ਕਿਹਾ ਜਾ ਸਕਦਾ ਹੈ? ਸੀ ਪੀਡੋਫੀਲੀਆ ਜਿਸ ਤਰ੍ਹਾਂ ਮੈਂ ਕਿਹਾ ਕਿ ਉਸ ਤਰ੍ਹਾਂ ਦੇ ਲੋਕ ਹੁੰਦੇ ਜਿਹੜੇ ਰਿਪੀਟਡ ਇਹ ਸੈਕਸ਼ੂਅਲ ਆਫੈਂਸਸ ਕਰਦੇ ਆ ਬੱਚਿਆਂ ਦੇ ਨਾਲ। ਸੋ ਇਹ ਕਹਿਣਾ ਮੁਸ਼ਕਿਲ ਹੋਏਗਾ ਇੱਕ ਕੇਸ ਨੂੰ ਲੈ ਕੇ ਕਿ ਉਹ ਪੀਡੋਫੀਲੀਆ ਹੈ ਕਿ ਨਹੀਂ, ਜਦੋਂ ਤੱਕ ਉਹਦੀ ਪੂਰੀ ਹਿਸਟਰੀ ਜਾਂ ਜਾਂਚ ਨਹੀਂ ਕੀਤੀ ਜਾਂਦੀ, ਕੇਸ ਸਟੱਡੀ ਨਹੀਂ ਕੀਤੀ ਜਾਂਦੀ। ਬਟ ਮੈਂ ਇਹ ਕਹਿਣਾ ਚਾਹਾਂਗੀ ਕਿ ਆਈ ਥਿੰਕ ਮੋਸਟਲੀ ਇੱਥੇ ਜਿਹੜੇ ਕੇਸਿਸ ਹੈ ਉਹ ਸਬਸਟੈਂਸ ਅਬਿਊਜ਼ ਨਾਲ ਲਿੰਕਡ ਹੈ। ਪੀਡੋਫੀਲੀਆ ਇੰਨੀ ਅਸੀਂ ਤਾਂ ਹੀ ਆਈਡੈਂਟੀਫਾਈ ਕਰ ਸਕਦੇ ਆ ਜੇ ਕੋਈ ਉਸ ਪਰਸਨ ਨੂੰ ਐਗਜ਼ਾਮਿਨ ਕਰੇ, ਉਹਨਾਂ ਦੀ ਪੂਰੀ ਹਿਸਟਰੀ ਲਏ, ਉਹਨਾਂ ਦੇ ਕੁਝ ਪਾਸਟ ਇਹੋ ਜਿਹੇ ਇਨਸੀਡੈਂਟਸ ਹੋਏ ਨੇ। ਤੁਸੀਂ ਵੜੈਚ ਤੁਸੀਂ ਦੱਸ ਸਕੋ ਕਿੰਨੇ ਪੀਡੋਫੀਲੀਆ ਦੇ ਮਰੀਜ਼ ਹਾਲੇ ਤੱਕ ਤੁਹਾਡੇ ਕੋਲ ਤੁਸੀਂ ਵੇਖੇ ਨੇ ਇਲਾਜ ਲਈ ਪਹੁੰਚਦੇ ਨੇ, ਉਹਨਾਂ ਦਾ ਇਲਾਜ ਹੋ ਰਿਹਾ ਹੈ? ਐਕਚੁਅਲੀ ਬਹੁਤ ਘੱਟ ਹੁੰਦੇ ਨੇ। ਕੁਝ ਲੋਕ ਆਪਣੇ ਆਪ ਹੀ ਆ ਕੇ ਇਹ ਕਹਿੰਦੇ ਨੇ ਕਿ ਅਸੀਂ ਇਸ ਚੀਜ਼ ਤੋਂ ਮੁਕਤ ਹੋਣਾ ਚਾਹੁੰਦੇ ਆ, ਬਟ ਉਹ ਬਹੁਤ ਘੱਟ ਹੈ। ਬਟ ਕੁਝ ਲੋਕ ਹੁਣ ਫਾਰਵਰਡ ਆਉਂਦੇ ਨੇ ਕਾਉਂਸਲਿੰਗ ਦੇ ਲਈ। ਪਰ ਜ਼ਿਆਦਾਤਰ ਇਹ ਦੇਖਿਆ ਗਿਆ ਹੈ ਕਿ ਜਿੱਥੇ ਰਿਪੀਟ ਚਾਈਲਡਹੁੱਡ ਸੈਕਸ਼ੂਅਲ ਆਫੈਂਸਸ ਹੋ ਰਹੇ ਨੇ, ਰਿਪੀਟ ਆਫੈਂਡਰ ਹੈ, ਉਸ ਕੇਸ ਵਿੱਚ ਉਹ ਬੰਦੇ ਨੂੰ ਪੀਡੋਫਿਲ ਕਿਹਾ ਜਾਂਦਾ ਹੈ। ਇੱਕ ਆਫੈਂਸ ਤੇ ਕਿਸੇ ਨੂੰ ਪੀਡੋਫਿਲ ਨਹੀਂ ਕਿਹਾ ਜਾਂਦਾ। ਤੇ ਬਾਹਰ ਦੀਆਂ ਕੰਟਰੀਜ਼ ਦੇ ਵਿੱਚ ਤਾਂ ਪੀਡੋਫਿਲ ਦੇ ਰਜਿਸਟਰ ਹੁੰਦੇ ਨੇ, ਜਦੋਂ ਉਹਨਾਂ ਨੂੰ ਜੇਲ੍ਹ ਤੋਂ ਜਾਂ ਕਿਤੋਂ ਡਿਸਚਾਰਜ ਕੀਤਾ ਜਾਂਦਾ ਹੈ ਤਾਂ ਕਮਿਊਨਿਟੀ ਵਿੱਚ ਦੱਸਿਆ ਜਾਂਦਾ ਹੈ ਕਿ ਇਹ ਤੁਹਾਡੇ ਕੋਲ ਰਹਿ ਰਹੇ ਨੇ। ਹਾਂ, ਪਰ ਇਹ ਵੱਡਾ ਸਵਾਲ ਹੈ ਕਿ ਸਾਡੇ ਸਮਾਜ ਦਾ ਜਿਹੜਾ ਸਿਸਟਮ ਹੈ, ਜਿਹੜਾ ਤਾਨਾ ਬਾਨਾ ਹੈ ਕਿ ਉਸ ਮਾਹੌਲ ਵਿੱਚ ਪੀਡੋਫਿਲਿਕ ਸ਼ਖਸ ਦੀ ਪਛਾਣ ਹੋ ਪਾਉਂਦੀ ਹੈ। ਤੁਹਾਡੇ ਕੋਲ ਆਵਾਂਗੇ ਡਾਕਟਰ ਸਿਮੀ ਵੜੈਚ। ਰੇਨੂ ਮਾਥੁਰ ਵੀ ਸਾਡੇ ਨਾਲ ਜੁੜੇ ਹੋਏ ਨੇ, ਪੁਲਿਸ ਗ੍ਰੀਫ ਕਾਉਂਸਲਰ ਨੇ। ਰੇਨੂ ਜੀ, ਤੁਸੀਂ ਉਹਨਾਂ ਬੱਚਿਆਂ ਦੀ ਕਾਉਂਸਲਿੰਗ ਕਰਦੇ ਹੋ ਜਿਹੜੀ ਕਿ ਰੇਪ ਵਿਕਟਿਮ ਨੇ, ਕੀ ਮਾਨਸਿਕ ਸਥਿਤੀ ਹੁੰਦੀ ਹੈ ਕਿ ਉਹ ਬੱਚੀਆਂ ਕਦੀ ਪੂਰੀ ਤਾਂ ਉਮਰ ਉਸ ਦਰਦ ਨੂੰ, ਉਸ ਜ਼ਖਮ ਨੂੰ ਭੁਲਾ ਪਾਉਂਦੀਆਂ ਨੇ? राजिंदर जी, ये एक बहुत सेंसिटिव टॉपिक है। जिदा डॉक्टर वड़ैच ने मैंशन किया, पॉक्सो एक वाइड टर्म है, प्रोटेक्शन ऑफ चिल्ड्रन फ्रॉम सैक्शुअल ऑफेंसेस, मगर ओदे अंदर एक अलग कैटेगरी है पीडोफिल्स दी, जिन्हों शायद बहुत ज़्यादा इंटेंसली, बहुत गंभीरता नाल स्टडी करन दी सानू ज़रूरत है, क्योंकि सानू ओवरऑल डिस्ट्रिक्ट्स, स्टेट्स, इन्हां दे विच इंटरकनैक्शन और इंफॉर्मेशन शेयरिंग दी लोड़ है। दूसरा, जो पब्लिक स्पेसिस हैं, डे केयर सेंटर्स हैं, स्कूल्स हैं, किते भी है, उन्हां दे आस पास सानू नज़र रखनी पएगी, चाहे CCTV कैमरा, चाहे पेरेंट्स दी अलर्टनेस, ਉਹਦੇ ਥਰੂ ਸਾਨੂੰ ਦੇਖਣਾ ਪਏਗਾ ਕਿ ਕੋਈ ਲੋਕ ਉੱਥੇ ਰਿਪੀਟਡਲੀ ਤਾਂ ਨਹੀਂ ਘੁੰਮ ਰਹੇ ਹੁੰਦੇ, ਜਾਂ ਕੋਈ ਕੈਮਰਾਜ਼ ਨੂੰ ਯੂਜ਼ ਕਰਕੇ ਸਾਡੀ ਨੌਲੇਜ ਦੇ ਬਗੈਰ, ਪਰਮਿਸ਼ਨ ਦੇ ਬਗੈਰ ਬੱਚਿਆਂ ਦੀ ਫੋਟੋਗ੍ਰਾਫਸ ਤਾਂ ਨਹੀਂ ਲੈ ਰਿਹਾ। ਪਹਿਲਾ ਪੁਆਇੰਟ ਤਾਂ ਇਹ ਹੈ। ਦੂਸਰਾ ਵੀ ਸਾਨੂੰ ਇਹ ਅਵੋਇਡ ਕਰਨਾ ਪਏਗਾ ਕਿ ਅਸੀਂ ਆਪਣੇ ਬੱਚਿਆਂ ਦੀ ਇਨਫੋਰਮੇਸ਼ਨ ਜੋ ਇੰਟਰਨੈਟ ਤੇ ਪਾਉਂਦੇ ਆ, ਇਹ ਪੀਡੋਫੀਲੀਆ ਦਾ ਇੱਕ ਬਹੁਤ ਗੰਦਾ ਐਸਪੈਕਟ ਹੈ कि सानू पता भी नहीं चलता। जो ਇਹਦੇ ਚ ਇੱਕ पैरेलल एस्पेक्ट आंदा है ह्यूमन ट्रैफिकिंग का, बच्चे किडनैप हो जाते हैं, गायब हो जाते हैं, दूसरे स्टेट्स, दूसरी कंट्रीज चले जाते हैं, जिन्हें च असीं रियलाइज करते हैं कि की होया। क्योंकि एक कैटेगरी ऑफ पीपल है जो प्यूबर्टी, यानी कि तुसीं कहो कि भी 12-13 साल तो वड्डी उम्र के बच्चे नाल शारीरिक संबंध बनाने की कैपेबिलिटी नहीं रखते, उन्हां दे अंदर इन्ने कॉम्पलैक्सिस हुंदे हैं। ਤੇ ਉਹ ਛੋਟੇ ਬੱਚੇ ਜੋ ਆਪਣੇ ਆਪ ਨੂੰ ਐਕਸਪ੍ਰੈਸ ਵੀ ਨਹੀਂ ਕਰ ਸਕਦੇ, ਜਿਨ੍ਹਾਂ ਨੂੰ ਪਤਾ ਵੀ ਨਹੀਂ ਕਿ ਇਹ ਸਭ ਹੁੰਦਾ ਕੀ ਹੈ, ਉਹ ਉਹਨਾਂ ਦੀ ਗੱਲਾਂ ਚ ਆ ਕੇ ਉਹਨਾਂ ਦੇ ਨਾਲ ਚਲਾ ਜਾਂਦੇ ਆ, ਫਿਰ ਥ੍ਰੈਟ ਦੇ ਅੰਡਰ ਆ ਕੇ ਉਹ ਕੰਟੀਨਿਊਅਸਲੀ ਉਹਨਾਂ ਦੇ ਸ਼ਿਕਾਰ ਬਣਦੇ ਰਹਿੰਦੇ ਆ। ਲੌਜੀਕਲੀ, ਲੀਗਲੀ ਇੱਕ ਐਸਪੈਕਟ ਹੈ ਕਿ ਜੇ 6 ਮਹੀਨੇ ਮਿਨੀਮਮ ਇੱਕ ਬੰਦਾ ਕੰਟੀਨਿਊਅਸਲੀ ਇਹ ਆਫੈਂਸ ਰਿਪੀਟ ਕਰਦਾ ਜਾਂ ਇੱਕ ਬੱਚੇ ਨੂੰ ਟਰਾਮਾਟਾਈਜ਼ ਕਰਦਾ ਹੈ, ਉਹਨੂੰ ਅਸੀਂ ਨਾਰਮਲੀ ਇਸ ਕੈਟਾਗਰੀ ਚ ਪਾਉਣ ਦੀ ਕੋਸ਼ਿਸ਼ ਕਰਦੇ ਹਾਂ,
ਕਿਉਂਕਿ ਬਾਕੀ ਜੋ ਪੌਕਸੋ ਦੀ ਆਫੈਂਸਿਸ ਹੈ ਯੂਜੂਅਲੀ ਉਹ ਕ੍ਰਾਈਮ ਆਫ ਚਾਂਸ ਹੁੰਦੇ ਆ ਕਿ ਤੁਸੀਂ ਉਸ ਟਾਈਮ ਉਸ ਮੈਂਟਲ ਫਰੇਮ 'ਚ ਹੋ, ਤਾਂ ਉਸ ਟਾਈਮ ਤੁਹਾਨੂੰ ਚਾਹੇ 2 ਸਾਲ ਦਾ ਬੱਚਾ ਮਿਲੇ ਚਾਹੇ 20 ਸਾਲ ਦਾ ਬੱਚਾ, ਤੁਸੀਂ ਉਹ ਆਫੈਂਸ ਕਰੋਗੇ। ਮਗਰ ਪੀਡੋਫਿਲ ਸਪੈਸੀਫਿਕਲੀ ਬੱਚਿਆਂ ਨਾਲ ਹੀ ਇਹ ਬਿਹੇਵੀਅਰ ਕਰਦਾ ਹੈ। 2006 ਚ ਇੱਕ ਨਿਠਾਰੀ ਵਿੱਚ ਇਹ ਘਟਨਾ ਹੋਈ ਸੀ ਜਿਹਦੇ ਚ ਜੋ ਉਹਦੇ ਚ ਅਕਿਊਜ਼ਡ ਸੀਗੇ ਉਹ ਮੋਸਟਲੀ ਜੋ ਛੋਟੇ ਬੱਚੇ ਸੀ, ਉਹਨਾਂ ਦੇ ਨਾਲ ਹੀ ਉਹਨਾਂ ਨੇ ਆਫੈਂਸ ਕੀਤੇ ਸੀਗੇ। तो साड़ी सब तो वड्डी चीज है ना सिर्फ जो विक्टिम है ओदी और ओदी फैमिली दी काउंसलिंग करना, ताकि वो हौली हौली वक्त लगता है उस मेंटल स्टेट चो बाहर निकल सकन और अपने आप नू एक डिप्रेसिव मेंटल स्टेट च ना लेके जान, ताकि अगे जाके वो खुद अब्यूजर ना बनन। रेणु माथुर जी, एक सवाल ने उठाया है कि किन्ने हाले तक केस तुहाडे तुसी वेखे ने कि जिन्हां विच मरीज नूं पीडोफिलिक दी कैटेगरी च रखिया गया कि पीडोफिलिया दे शिकार ने, और जिहड़ियां बच्चियां मासूम बच्चियां इन्हां दा शिकार बनदियां ने, उन्हां दे नाल तुसी मिलदे हो, उन्हां दी काउंसलिंग करदे हो, उन्हां दी मानसिक स्थिति किवें ठीक हुंदी है, वो ठीक भी हो पांदियां ने? बहुत मुश्किल, बहुत बहुत ज्यादा मेहनत वाला एक सब्जेक्ट तुसी मेरे नाल मेंशन कीता है और हौली हौली असी इस चीज को बड़ा स्ट्रीमलाइन कर रहे हैं कि जो रिपीट सैक्शुअल ऑफेंडर्स हैं क्या वो पीडोफिलिक भी हैं। ये सानू कैटेगरीज नू असी हौली हौली बहुत फाइन ट्यून करके डिवेलप कर रहे हैं, ताकि साडे स्टेट च भी और आसपास भी इंटर स्टेट एजेंसीज भी कनैक्टेड रहन, क्योंकि कई बार एक शहर च ऑफेंस हुंदा है और जो परसन है वो रहिंदा दूजे शहर च है। मैं इत्थे दा एग्जाम्पल लवां, मान लो कोई मोहाली या चंडीगढ़ का रेजिडेंट आके पंचकूला च ऑफेंस करता है और अपने घर चला जाता है, तो ये लिए इन्फॉर्मेशन ऑनलाइन एंड विद ऑल पुलिस स्टेशन होनी बहुत ज्यादा जरूरी है। ਉਹਦੇ ਚ ਹਲੇ ਕੰਮ ਹੋ ਰਿਹਾ और ਅੱਗੇ बहुत ज्यादा शिद्दत नाल इस काम ਨੂੰ करना जरूरी है और ये सब्जेक्ट मेरे लिए बहुत इंपॉर्टेंट है, क्योंकि मैं पॉक्सो के विक्टिम्स नाल बहुत इन डेप्थ काम कर रही हूं और बच्चे बहुत सफर करते हैं। उन्होंने फैमिलीज कभी समझ भी नहीं सकदियां कि एक 5-6 साल के बच्चे नाल अगर ऐसा हुंदा है तो बाय द टाइम वो बच्चा 14-15-16 साल का हुंदा है। अपनी हड्ड बीती वो बच्चियां बयान कर दिया होनियां ने कि बड़ा कि आसानी दे नाल या फिर बहुत मशक्कत करनी पैंदी है, बहुत उन्हां नूं मनाना पैंदा है, उन्हां दे नाल बहुत अंदरूनी तौर ते उन्हां नाल जुड़ना पैंदा है, उस तो बाद ही वो अपने आप नूं शेयर कर दिया होनियां। छोटे छोटे बच्चे 4-4 5-5 साल दे उन्होंने एज ए सिस्टर एज ए मदर लिटरली प्यार नाल गले लगा के गोदी च बिठा के सिर ते हाथ फेर के एक प्यार एक इमोशनल कनैक्ट दे के गल करनी पैंदी है। क्योंकि यूजुअली एज अ काउंसलर मैनू जो क्योंकि जो मेरी ग्रीफ वाली प्रोफाइल है कि अंदर नासूर ना बने वो दर्द, ਇਹਦੇ ਲਈ उस बच्चे ਨੂੰ प्रोटेक्टेड सेफ फील कराना बड़ा जरूरी है कि जो तेरे नाल होया वो तेरा कसूर नहीं है। बच्चे ये साइकोलॉजी बच्चे तक पहुंचानी बहुत जरूरी है और पूरी कोशिश कर रही है मैं और मेरी टीम कि वो बच्चों नू जो भी अनफॉर्चुनेटली जो बच्चे साडे कोल आंदे हैं ਅਸੀਂ ਇਹਨਾਂ ਨੂੰ ਜਿੰਨਾ ਹੈਲਪ ਕਰ ਸਕੀਏ ਉਸ ਮੈਂਟੈਲਿਟੀ ਚੋਂ ਨਿਕਲਣ ਚ ਉਹ ਕਰ ਸਕੀਏ। ਬਟ ਓਨੈਸਟਲੀ ਹਲੇ ਲੋਟ ਆਫ ਵਰਕ ਇਜ਼ ਰਿਕਵਾਇਰਡ। ਇੱਕ ਮਹੀਨੇ ਚ ਕਿੰਨੀ ਵਾਰ ਮਿਲਿਆ ਜਾਂਦਾ ਹੈ ਜਾਂ ਫਿਰ ਕੁਝ ਸਾਲ ਹੋ ਜਾਂਦੇ ਨੇ ਉਹਨਾਂ ਤੇ ਨਜ਼ਰ ਰੱਖੀ ਜਾਂਦੀ ਹੈ, ਰੈਗੂਲਰਲੀ ਉਹਨਾਂ ਨਾਲ ਮੁਲਾਕਾਤ ਕੀਤੀ ਜਾਂਦੀ ਹੈ? ਰੇਣੂ ਜੀ ਹਾਂਜੀ 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 ਬਿਲਕੁਲ, ਅਸੀਂ ਬਲਕਿ ਇਸ ਪੈਰਾਮੀਟਰ ਨੂੰ ਹੋਰ ਅੱਗੇ ਵਧਾ ਰਹੇ ਹਾਂ। ਇਨੀਸ਼ੀਅਲੀ ਜਦੋਂ ਕੋਈ ਵਿਕਟਿਮ ਸਾਡੇ ਕੋਲ ਲਿਆਇਆ ਜਾਂਦਾ ਹੈ ਸਾਡੀ ਫਰਸਟ ਕਾਉਂਸਲਿੰਗ ਉਸੇ ਟਾਈਮ ਮੈਂ ਉਸ ਵਿਕਟਿਮ ਨੂੰ ਮਿਲਦੀ ਹਾਂ, ਚਾਹੇ ਉਹ ਹਸਪੀਟਲਾਈਜ਼ਡ ਹੋਏ ਚਾਹੇ ਘਰ ਹੋਏ। ਅਸੀਂ ਆਬਵੀਅਸਲੀ ਅੰਡਰ ਪੌਕਸੋ ਉਹਨਾਂ ਦੀ ਆਇਡੈਂਟੀਟੀ ਤਾਂ ਅਸੀਂ ਆਊਟ ਕਰ ਹੀ ਨਹੀਂ ਸਕਦੇ, ਇਸ ਲਈ ਉਹਨਾਂ ਨੂੰ ਪੁਲਿਸ ਸਟੇਸ਼ਨ ਜਾਂ ਕਿਤੇ ਵੀ ਬੁਲਾਣਾ ਸਹਿਜ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇੱਕ ਦੁਸ਼ਕਰਮ ਦਾ ਮਰੀਜ਼ ਜੇ ਦੁਸ਼ਕਰਮ ਦੀ ਜੇ शिकार ਹੁੰਦੀ ਹੈ ਇੱਕ ਮਾਸੂਮ ਬੱਚੀ ਤਾਂ ਸਿਰਫ ਜਿਸਮ ਹੀ ਨਹੀਂ ਰੂਹ ਤੱਕ ਛਲਨੀ ਹੁੰਦੀ ਹੈ, ਰੂਹ ਤੱਕ ਆਤਮਾ ਢੁੱਕ ਜਾਂਦੀ ਹੈ, ਨਿਸ਼ਾਨ ਛੱਡ ਜਾਂਦੇ ਨੇ। ਡਾਕਟਰ ਸਿਮੀ ਵੜੈਚ ਤੁਹਾਡੇ ਕੋਲ ਆਣਾ ਚਾਹਾਂਗੇ। ਇੱਕ ਪੀਡੋਫੀਲੀਆ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਇਹ ਵੀ ਕਿਹਾ ਜਾਂਦਾ ਹੈ ਪੀਡੋਫੀਲੀਆ ਦਾ ਕੋਈ ਇਲਾਜ ਨਹੀਂ ਹੈ। ਹੁਣ ਮਰੀਜ਼ ਦੀ ਪਹਿਚਾਣ ਕਿਵੇਂ ਹੋਏ, ਉਸ ਦੀ ਕਾਉਂਸਲਿੰਗ ਕਿਵੇਂ ਕੀਤੀ ਜਾਂਦੀ ਹੈ? ਪਹਿਲਾਂ ਤਾਂ ਲੋਕ ਪਹੁੰਚਣਗੇ ਹੀ ਨਹੀਂ ਕਾਉਂਸਲਿੰਗ ਲਈ, ਇਲਾਜ ਲਈ, ਜੇ ਪਹੁੰਚਦੇ ਨੇ ਜਾਂ ਫਿਰ ਕੋਈ ਅਜਿਹਾ ਦੋਸ਼ੀ ਜਿਹੜਾ ਪੁਲਿਸ ਦੀ ਗਿਰਫਤ ਵਿੱਚ ਆਇਆ ਹੋਰ ਫਿਰ ਪਤਾ ਲੱਗਦਾ ਹੈ ਅਗਰ ਸਾਡੀ ਵਿਵਸਥਾ ਇਹ ਸਭ ਕੁਝ ਕਰਦੀ ਹੈ ਤਾਂ ਕਿਸ ਤਰ੍ਹਾਂ ਉਸ ਦੀ ਕਾਉਂਸਲਿੰਗ ਹੁੰਦੀ ਹੈ? ਦੇਖੋ ਫਰਸਟ ਆਫ ਆਲ ਤਾਂ ਜਿਸ ਤਰ੍ਹਾਂ ਮੈਂ ਕਿਹਾ ਕਿ ਪੀਡੋਫੀਲੀਆ ਰਿਪੀਟ ਸੈਕਸ਼ੂਅਲ ਆਫੈਂਡਰਸ ਜਿਹੜੇ ਬੱਚਿਆਂ ਨਾਲ ਕਰਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ। ਮੋਸਟਲੀ ਜਿਹੜੇ ਤੁਸੀਂ ਕੇਸ ਦੇਖੋਗੇ ਉਹ 1 ਜਾਂ 2 ਆਫੈਂਸਸ ਹੁੰਦੇ ਨੇ ਤੇ ਮੋਸਟਲੀ ਉਹ ਜੇਲ੍ਹ ਵਿੱਚ ਉਸ ਤੋਂ ਬਾਅਦ ਹੁੰਦੇ ਆ। ਤਾਂ ਜੇਲ੍ਹ ਵਿੱਚ ਤੁਹਾਨੂੰ ਪਤਾ ਹੀ ਹੈ
ਕਿ ਜੇਲ ਆਫੀਸਰਸ ਨੇ ਰੈਫਰ ਕਰਨਾ ਹੁੰਦਾ ਹੈ ਟ੍ਰੀਟਮੈਂਟ ਲਈ ਤੇ ਕਾਉਂਸਲਿੰਗ ਲਈ, ਤੇ ਮੋਸਟਲੀ ਫਿਰ ਉਹਨਾਂ ਨੂੰ ਸਾਈਕਾਇਟ੍ਰਿਸਟ ਗਵਰਨਮੈਂਟ ਹਸਪੀਟਲ ਵਿੱਚ ਰੈਫਰ ਕੀਤਾ ਜਾਂਦਾ ਹੈ। ਬਟ ਕਿਉਂਕਿ ਅਵੇਅਰਨੈਸ ਬਹੁਤ ਘੱਟ ਹੈ, ਇਸ ਲਈ ਫੋਲੋ ਅਪ ਬਹੁਤ ਪੂਅਰ ਹੈ, ਉਹਨਾਂ ਦਾ ਫੋਲੋ ਅਪ ਬਹੁਤ ਹੀ ਪੂਅਰ ਹੁੰਦਾ ਹੈ। ਐਂਡ ਇਹ ਸੇਮ ਲੋਕ ਫਿਰ ਬਾਅਦ ਵਿੱਚ ਫਿਰ ਸੁਸਾਇਟੀ ਵਿੱਚ ਚਲੇ ਜਾਂਦੇ ਨੇ। ਸੋ ਇਹ ਇੱਕ ਬਹੁਤ ਵੱਡਾ ਪੁਆਇੰਟ ਹੈ। ਹਾਂ, ਸੈਕੰਡਲੀ ਜਿਹੜੇ ਇਹ ਬੱਚੇ ਹੈ ਇਹਨਾਂ ਦੀ ਕਾਉਂਸਲਿੰਗ ਫॉर ਇਅਰਸ ਹੁੰਦੀ ਹੈ। ਥਰਡ, ਜਿਹੜਾ ਇਹ ਬੱਚੇ ਹੈ ਸਾਨੂੰ ਉਹਨਾਂ ਦੀ ਪਰਸਨਲ ਬਾਉਂਡਰੀਜ਼ ਵੀ ਰਿਸਪੈਕਟ ਕਰਨੀਆਂ ਹੁੰਦੀਆਂ। ਫॉर ਐਗਜ਼ਾਮਪਲ ਕਈ ਬੱਚੇ ਦੇ ਮੇ ਨਾਟ ਲਾਈਕ ਕਿ ਅਸੀਂ ਉਹਨਾਂ ਨੂੰ ਹੱਥ ਲਾਈਏ, ਸੋ ਅਸੀਂ ਉਹ ਚੀਜ਼ਾਂ ਰਿਸਪੈਕਟ ਕਰਨੀਆਂ ਹੁੰਦੀਆਂ। ਪਲੇ ਥੈਰੇਪੀ ਬਹੁਤ ਇੰਪੋਰਟੈਂਟ ਹੁੰਦੀ ਹੈ, ਕੰਟੀਨਿਊਡ ਕਾਉਂਸਲਿੰਗ ਜਿਸ ਤਰ੍ਹਾਂ ਗਰੋ ਅਪ ਕਰਦੇ ਹੈ, ਐਂਡ ਫੈਮਿਲੀ ਦੀ ਵੀ, ਬਿਕਾਜ਼ ਫੈਮਿਲੀ ਵੀ ਗ੍ਰੀਫ ਤੋਂ ਜਾਂਦੀ ਹੈ। ਜਿਹੜੇ ਬੱਚੇ ਨੇ ਉਹਨਾਂ ਦੇ ਮਦਰ ਫਾਦਰ ਬ੍ਰਦਰ ਸਿਸਟਰਸ ਵੀ ਉਹ ਗ੍ਰੀਫ ਤੋਂ ਨਿਕਲਦੇ ਨੇ। ਸੋ ਕਾਫੀ ਕੁਝ ਇਹਦੇ ਚ ਕਰਨ ਦੀ ਜ਼ਰੂਰਤ ਹੈਗੀ। ਬਾਹਰ ਦੀਆਂ ਕੰਟਰੀਜ਼ ਵਿੱਚ ਐਕਚੁਅਲੀ ਚਾਈਲਡਹੁੱਡ ਸੈਕਸ਼ੂਅਲ ਅਬਿਊਜ਼ ਜੇ ਕਿਸੇ ਨਾਲ ਹੋਇਆ ਹੁੰਦਾ ਹੈ ਤਾਂ ਇੱਕ ਹਸਪੀਟਲ ਵਿੱਚ ਇੱਕ ਡਿਫਾਈਨਡ ਕਾਉਂਸਲਰ ਹੁੰਦਾ ਹੈ ਤੇ ਤੁਸੀਂ ਉੱਥੇ ਰੈਫਰ ਕਰਦੇ ਹੋ ਤੇ ਉਹ ਫਿਰ ਉੱਥੇ ਉਹਨਾਂ ਕੋਲ ਕਈ ਮਹੀਨਿਆਂ ਲਈ ਰੈਗੂਲਰ ਜਾਂਦੇ ਨੇ। ਉਹਦੇ ਨਾਲ ਉਹਨਾਂ ਦੀ ਸੈਲਫ ਐਸਟੀਮ ਸੈਲਫ ਇਮੇਜ ਦੁਬਾਰਾ ਤੋਂ ਬਿਲਡ ਅਪ ਹੁੰਦੀ ਹੈ। ਤੇ ਆਈ ਥਿੰਕ ਇਹ ਚੀਜ਼ਾਂ ਸਾਡੀ ਸੁਸਾਇਟੀ, ਸਾਡੇ ਪੁਲਿਸ ਆਫੀਸਰਸ, ਉਹਨਾਂ ਨੂੰ ਵੀ ਸੈਂਸਿਟਾਈਜ਼ ਕਰਨ ਦੀ ਲੋੜ ਹੈ ਕਿ ਕਿਸ ਤਰ੍ਹਾਂ ਇਹ ਵਿਕਟਿਮਸ ਨਾਲ ਤੁਸੀਂ ਪੇਸ਼ ਆਣਾ ਹੈ, ਕਿਸ ਤਰ੍ਹਾਂ, ਜਿਸ ਤਰ੍ਹਾਂ ਪੌਕਸੋ ਦੇ ਅੰਡਰ ਇਹ ਵੀ ਹੈਗਾ ਕਿ ਯੂ ਕਾਂਟ, ਤੁਹਾਨੂੰ ਜ਼ਰੂਰੀ ਨਹੀਂ ਹੈ ਕਿ ਮੈਡੀਕਲ ਐਗਜ਼ਾਮੀਨੇਸ਼ਨ ਫੋਰਸ ਕਰਨੀ ਹੈ, ਤੁਸੀਂ ਉਹਨਾਂ ਦੀ ਪਰਮਿਸ਼ਨ ਲੈਣੀ ਹੁੰਦੀ ਹੈ। ਸੋ ਕਈ ਸਾਰੇ ਫੈਕਟਰਸ ਨੇ। ਆਈ ਥਿੰਕ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਅਵੇਅਰਨੈਸ। ਚਾਈਲਡਹੁੱਡ ਸੈਕਸ਼ੂਅਲ ਅਬਿਊਜ਼ ਹਰ ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਕੀ ਹੁੰਦਾ ਹੈ ਤੇ ਸਟ੍ਰੇਂਜਰਸ ਨੂੰ ਕਿਸ ਤਰ੍ਹਾਂ, ਯਾਨੀ ਜਾਗਰੂਕਤਾ ਦੀ ਵੀ ਜ਼ਰੂਰਤ ਹੈ ਔਰ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਹਾਲੇ, ਜੇ ਅਸੀਂ ਚਾਹੁੰਦੇ ਆ ਕਿ ਸਾਡੇ ਬੱਚੇ ਇਸ ਸਭ ਸਮਾਜ ਵਿੱਚ ਸੁਰੱਖਿਅਤ ਰਹਿਣ। ਸ਼ੁਕਰੀਆ ਰੇਣੂ ਮਾਥੁਰ ਜੀ, ਸ਼ੁਕਰੀਆ ਡਾਕਟਰ ਸਿਮੀ ਵੜੈਚ, ਤੁਸੀਂ ਸਾਡੇ ਨਾਲ ਜੁੜੇ, ਇਸ ਅਹਿਮ ਮਸਲੇ ਤੇ ਅਸੀਂ ਚਰਚਾ ਕੀਤੀ। ਸੋ ਕੋਸ਼ਿਸ਼ਾਂ ਜਿਹੜੀਆਂ ਨੇ ਬੱਚਿਆਂ ਦੇ ਨਾਲ ਹੋਣ ਵਾਲੇ ਅਪਰਾਧਾਂ ਤੇ ਲਗਾਮ ਲਗਾਉਣੀ, ਤਾਂ ਕੋਸ਼ਿਸ਼ਾਂ ਸਰਕਾਰ ਅਤੇ ਸਭ ਸਮਾਜ ਨੂੰ ਮਿਲ ਕੇ ਕਰਨੀਆਂ ਹੋਣਗੀਆਂ, ਤਾਂ ਹੀ ਅਸੀਂ ਸਾਰੇ ਬੱਚਿਆਂ ਨੂੰ ਸਮਾਨਤਾ ਅਤੇ ਸੁਰੱਖਿਆ ਉਹਨਾਂ ਦੀ ਸੁਰੱਖਿਅਤ ਕਰ ਸਕਾਂਗੇ। ਇਸ ਖਾਸ ਪੇਸ਼ਕਸ਼ ਫਿਲਹਾਲ ਮੈਨੂੰ ਦਿਓ ਇਜਾਜ਼ਤ। ਧੰਨਵਾਦ।